साहिब जियो तुम सब साजे साज निवाजे जियो पिंड दे प्राणा निर्गुण यारे गुण नहीं कोई तुम दान देहो मेहरबाना तुम दान देहो मेहरबाना सो कहो टल गुर सेवी है अहनस सहज सुभाए दर्शन परसे गुरु कै जन्म मरण दुख जाए सतनाम श्री वाहिगुरु साहिब जियो हुक्मी होवन आकार हुक्म ना कहया जाई हुक्मी होवन जी हुक्म मिले वड्याई हुक्मी उत्तम नीच हुक्म लिख दुख सुख पाई है एक ना हुक्मी बख्शीस एक हुक्मी सदा पुआई है हुक्म अंदर सबको बाहर हुक्म ना कोई नानक हुक्म जे बुझे ता मैं कह ना कोई। वाहिगुरु जी का खालसा वाहिगुरु जी की फतेह। कहाँ बुद्ध प्रभ तुझ हमारी भर न सके महिमा जो तिहारी हम न सकत कर सिफत तुम्हारी आप ले हो तुम कथा सुधारी कहाँ लगे यो कीट बखाने महिमा तूर तू ही प्रभ जाने पिता जन्म जिम भूत न पावे कौन तहाँ का भेद बतावे मूक उजरै शास्त्र खट पिंग गिरन चढ़ जाए अंध लखै बदरो सुनै जो काल कृपा कराए अंध लखै बदरो सुनै जो काल कृपा कराए। वाहिगुरु जी का खालसा वाहिगुरु जी की फतेह। साहिबे कमाल रहमतां दे मालिक जुगो जुग अटल दसां ही पातशाहियां दे आत्मिक स्वरूप धन धन सतगुरु साहिब श्री गुरु ग्रंथ साहिब जी दी पावन पवित्र हजूरी विच सभाएमान हो रही परम सन्मान योग खालसा साध संगत जी आप वडभागी रूहां ने संध्या दे समय गरीब नवाज पातशाह महाराज जी दे पावन पवित्र चरना कमलों विच हाजरियां भरदियां होया सच्चे पातशाह महाराज जी दे दर्शन दीदारे संध्या दे नितनेम राह राय साहब जी दे पावन पवित्र पाठ उपरंत गुरु सवारे कीर्तनी जथे पासों तुरकी बाणी दे मनोहर शब्द कीर्तन श्रवण करके अपने जीवन दियां घड़ियां नूं सुहावना बनाउण दा यतन कीता है। आओ जो गरीब नवाज पातशाह महाराज जी दी अमृतमयी तुरकी बाणी दी
ਲੜੀਵਾਰ ਕਥਾ ਵਿਚਾਰ ਜੋ ਪ੍ਰਾਰੰਭ ਹੋਈ। ਆਪ ਸਰਬੱਤ ਸੰਗਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰ ਹੋ ਕਰਕੇ ਪ੍ਰੇਮ ਪਿਆਰ ਦੇ ਨਾਲ ਸਰਵਣ ਕਰਦੇ ਹੋ ਔਰ ਦੂਰ ਦਰਾਡੇ ਗੁਰੂ ਕੀਆਂ ਸਿੱਖ ਸੰਗਤਾਂ ਰਾਜ ਰੇਡੀਓ ਰਾਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਦਾ ਆਨੰਦ ਮਾਣ ਰਹੀਆਂ ਹਨ। ਸੋ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਕਰਕੇ ਜੋ ਆਨੰਦ ਹੈ, ਉਸ ਆਨੰਦ ਦੇ ਬਾਰੇ ਸਾਹਿਬ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਮੈਂ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾਗੀ ਪ੍ਰਵਾਨ। ਭਾਵੇਂ ਅਸੀਂ ਮੀਡੀਏ ਦੇ ਰਾਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਨਾਲ, ਸ਼ਬਦਾਂ ਨਾਲ, ਕਥਾ ਵਿਚਾਰਾਂ ਨਾਲ ਜੁੜਨ ਦਾ ਬਹੁਤ ਸੋਹਣਾ ਤਰੀਕਾ ਹੈ ਔਰ ਵਰਤ ਰਹੇ ਹਾਂ, ਪਰ ਸਾਧ ਸੰਗਤ ਜੀ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕਰਕੇ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦਾ ਰਸ ਹੈ ਔਰ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਹੈ, ਉਹ ਘਰ ਵਿੱਚ ਬੈਠਿਆਂ ਨਹੀਂ ਲੱਗ ਸਕਦੀ। ਬੱਚਾ ਘਰੇ ਬਹਿ ਕਰਕੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲੈ, ਜਿੰਨੀ ਮਰਜ਼ੀ ਪੜ੍ਹਾਈ ਕਰ ਲੈ, ਪਰ ਜਿਹੜੇ ਸਕੂਲ ਦੇ, ਕਾਲਜ ਦੇ, ਯੂਨੀਵਰਸਿਟੀ ਦੇ ਗੁਣ ਨੇ, ਉਹ ਉੱਥੇ ਕਲਾਸ ਵਿੱਚ ਬਹਿ ਕੇ ਹੀ ਪਤਾ ਲੱਗੇਗਾ। ਔਰ ਜਿੰਨਾ ਚਿਰ ਤੱਕ ਰਜਿਸਟਰ ਤੇ ਹਾਜ਼ਰੀ ਨਾ ਲਵਾਈ ਜਾਏ, ਉਹਨਾਂ ਚਿਰ ਤੱਕ ਪੜ੍ਹਾਈ ਜਿੰਨੀ ਮਰਜ਼ੀ ਕੀਤੀ ਹੋਵੇ, ਉਹ ਪ੍ਰਮਾਣਿਕ ਨਹੀਂ ਹੈ। ਸੋ ਸਾਧ ਸੰਗਤ ਜੀ, ਅਸੀਂ ਕੰਮਾਂ ਕਾਰਾਂ ਕਰਕੇ ਜਾਂ ਦੂਰ ਦਰਾਡੇ ਕਰਕੇ ਮਜਬੂਰ ਹੋਈਏ, ਨਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚਿਆ ਜਾਏ, ਤੇ ਨਾ ਸਰਦੇ ਨੂੰ ਅਸੀਂ ਟੇਪ ਰਿਕਾਰਡ ਰਾਹੀਂ, ਰੇਡੀਓ ਰਾਹੀਂ, ਟੀਵੀ ਆਦਿ ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਮਾਣ ਸਕਦੇ ਹਾਂ। ਪਰ ਵੱਧ ਤੋਂ ਵੱਧ ਸਾਨੂੰ ਯਤਨ ਕਰਨਾ ਚਾਹੀਦਾ ਹੈ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਆਨੰਦ ਮਾਣਿਆ ਜਾਏ। ਕਿਉਂਕਿ ਸਾਧ ਸੰਗਤ ਵਿੱਚ ਜਦੋਂ ਇਹ ਬੁਲਾਇਆ ਜਾਂਦਾ ਹੈ ਵੀ ਸਾਰੀ ਸੰਗਤ ਵਾਹਿਗੁਰੂ ਬੋਲੋ, ਸਾਧ ਸੰਗਤ ਉਦੋਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਾਡੀ ਹਾਜ਼ਰੀ ਲੱਗਦੀ। ਜਦੋਂ ਟੀਚਰ ਬੈਠਾ ਹੋਵੇ, ਕਲਾਸ ਲੱਗ ਜਾਏ, ਤੇ ਉਸ ਵੇਲੇ ਰੋਲ ਨੰਬਰ ਬੋਲੇ ਜਾਂਦੇ ਨੇ ਕਿ ਕਿਹੜਾ ਕਿਹੜਾ ਬੱਚਾ ਹਾਜ਼ਰ ਤੇ ਕਿਹੜਾ ਨਹੀਂ ਹਾਜ਼ਰ, ਤੇ ਜਿਹੜਾ ਟੀਚਰ ਦੀ ਆਵਾਜ਼ ਦੇ ਅੱਗੋਂ ਜੈਸ ਸਰ ਜਾਂ ਜੈਸ ਮੈਡਮ ਕਹਿ ਕੇ ਆਵਾਜ਼ ਨਾ ਦੇ ਤੇ ਉਹਦੇ ਹਾਜ਼ਰੀ ਨਹੀਂ ਲੱਗਦੀ, ਐਬਸੈਂਟ ਲੱਗ ਜਾਂਦੀ, ਭਾਵੇਂ ਬੈਠਾ ਵੀ ਹੋਵੇ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਫਤਿਹ ਬੁਲਾਈ ਜਾਏ, ਜੇ ਵਾਹਿਗੁਰੂ ਨਾਮ ਦਾ ਆਵਾਜ਼ਾਂ ਦਿੱਤਾ ਜਾਏ, ਉਦੋਂ ਸਾਨੂੰ ਗੱਜ ਕੇ ਬੁਲਾਉਣਾ ਚਾਹੀਦਾ ਹੈ ਕਿ ਸਾਡੀ ਹਾਜ਼ਰੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਜਾਏ। ਸੋ ਸਾਧ ਸੰਗਤ ਜੀ, ਆਪ ਜੀ ਨੇ ਕੱਲ ਪਹਿਲੀ ਪੌੜੀ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਆਖਿਆ ਸਰਵਣ ਕੀਤੀ ਸੀ ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਹਿਲੀ ਪੌੜੀ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਿੱਧਾ ਦਾ ਇਹ ਪ੍ਰਸ਼ਨ ਸੀ, ਮਹਾਰਾਜ ਸੱਚਿਆਰ ਕਿਵੇਂ ਹੋਈਏ ਔਰ ਕੂੜ ਦੀ ਪਾਲ ਕਿਵੇਂ ਟੁੱਟੇ, ਕੂੜ ਦੀ ਕੰਧ ਕਿਵੇਂ ਟੁੱਟੇ। ਸਾਧ ਸੰਗਤ, ਜਿਵੇਂ ਜਿਵੇਂ ਆਪਾਂ ਕਥਾ ਵਿਚਾਰ ਸਰਵਣ ਕਰਨੀ, ਗੁਰੂ ਕੀ ਬਾਣੀ ਸਰਵਣ ਕਰਨੀ, ਨਾਲ ਨਾਲ ਕਿਉਂ ਸਮਝ ਲਓ ਕਿ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਵੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਸੀ, ਕੋਈ ਗੁਰੂ ਕਾ ਪਿਆਰਾ ਸ਼ੁੱਧ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸੁਣਾਵੇ। ਤੇ ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਪਿਆਰਿਆਂ ਦੀ ਕੋਈ ਘਾਟ ਨਹੀਂ ਸੀ। ਸਾਰੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਸਾਰੇ ਨਿਤਨੇਮੀ ਸਨ, ਸਾਰੇ ਮੁੱਢ ਕਦੀਮ ਤੋਂ ਗੁਰੂ ਕੀ ਸਿੱਖੀ ਨਾਲ ਜੁੜੇ ਹੋਏ ਸੀ। ਪਰ ਜਦੋਂ ਗੁਰੂ ਪਾਤਸ਼ਾਹ ਨੇ ਸ਼ਬਦ ਵਰਤਿਆ ਵੀ ਕੋਈ ਗੁਰੂ ਕਾ ਪਿਆਰਾ ਸ਼ੁੱਧ ਬਾਣੀ ਸੁਣਾਵੇ, ਸ਼ੁੱਧ ਪਾਠ ਸੁਣਾਵੇ, ਦੋ ਬਚਨ ਕੀਤੇ ਤੇ ਕੋਈ ਪਿਆਰਾ ਉੱਠਿਆ ਨਾ, ਤਾਂ ਕਰਕੇ ਮਨ ਵਿੱਚ ਖਿਆਲ ਸੀ ਪੜ੍ਹਦਾ ਸੀ ਸਾਰੇ ਲੈਂਦੇ, ਜ਼ਬਾਨੀ ਤਾਂ ਸਾਰਿਆਂ ਨੂੰ ਬਾਣੀ ਇਕੱਠੀ ਹੈ, ਪਰ ਕੋਈ ਦਾਅਵੇ ਨਾਲ ਇਹ ਗੱਲ ਨਹੀਂ ਕਹਿ ਸਕਦਾ ਵੀ ਮੈਂ ਪਾਠ ਸ਼ੁੱਧ ਪੜ੍ਹਦਾ ਹਾਂ ਤੇ ਸ਼ੁੱਧ ਸੁਣਾ ਸਕਦਾ ਹਾਂ।
गुरु पातशाह महाराज जी के बचन का सत्कार रखने वास्ते गुरु का प्रेमी भाई गोपाला जी उठे सन ते बेनती भी इहो कीती सी, सच्चे पातशाह दावे नाल ते नहीं मैं कह सकदा कि मैं बाणी शुद्ध पढ़ सकदा हां, पर जो आप जी ने समत बख्शी बुद्धि बख्शी ਉਹਦੇ अनुसार मैं गुरु नानक पातशाह महाराज जी की अमृतमयी बाणी सुनावांगा। ते साध संगत जी सज्जे पासे उच्चे थां ते गुरु पातशाह महाराज जी ने बिठाया ते भाई गोपाले ने जपजी साहब जी की बाणी का शुद्ध पाठ सुनाया ते गुरु पातशाह महाराज जी गुरता गद्दी देण तक तैयार हो गए कि बाणी की भेटा होर कोई वस्तु नहीं है, बाणी के बराबर होर कोई वस्तु कोई दुनिया का राज भाग कोई स्वर्गां का राज भाग नहीं, गुरु नानक पातशाह महाराज जी की गुरता गद्दी सेवक नूं बख्श देने हैं। पर प्यारे उधरों जपजी साहब जी की बाणी का पाठ संपूर्ण होने लगा, उधरों पाठ सुनाउण वाला भाई गोपाले के मन में ख्याल आ गया, जिहड़े भाई सुभागे ने 5 घोड़े सोने की काठियां दे समेत चढ़ाए ने गुरु पातशाह के दर ते अर्पण कीते ने, उन्हां घोड़ियां विचों किते एक घोड़ा गुरु पातशाह मैनूं दे देण ते मैं खुश हां। सच्चे पातशाह ने गोडा फिर थले रख लिया, चौंकड़ा मार लिया, भोग पाया गुरु के प्यारे ने। वो 1.25 लाख का घोड़ा नाल 1.25 लाख की काठी पा के सोने दियां मोहरां दे नाल धन दियां खुरजियां भर के उपर लद के कहा, लै गुरु क्या सिखा तू निहाल होया, तेरियां 21 कुलां तरियां, तेरियां कुलां सचखंड दियां भागी होण गया। तो गुरु नानक पातशाह महाराज जी की बाणी का शुद्ध पाठ सुनाया, तो प्रेम दे नाल सच्चे पातशाह महाराज जी की बाणी का पाठ सुनाया। लै प्यारिया असीं तां तैनूं गुरता गद्दी देण वास्ते तैयार सां, पर तेरे मन दे विच कामना आ गई कि घोड़ा ही मैं लै करके प्रसन्न है, ते लै गुरु पातशाह महाराज जी के घर दे विचों तैनूं सारियां बख्शिशां होईयां, धन दा भी कोई घाटा नहीं, गुरु दी रहमतां दा भी कोई घाटा नहीं, गुरु पातशाह महाराज जी के दर ते सदा ही तो बख्शिया गया। सदा तेरियां पीढ़ियां गुरु घर दे विच मान सत्कार प्राप्त करदियां रहणगियां, क्योंकि तू जपजी साहब जी की बाणी का शुद्ध पाठ सुनाया है। साध संगत जी, ये लगा मात्रा जो गुरु पातशाह महाराज जी ने गुरबाणी विच लाइयां ने, इन्हां दे बहुत वड्डे अर्थ ने। जे कोई मनुख ये गल समझ ले कि मैं स्कूली पढ़ाई बहुत पढ़िया हाँ, कालेज यूनिवर्सिटी की विद्या पढ़िया हाँ, पंजाबी अखर मैनूं बड़े सोहणे आउंदे ने ते बाणी मैं शुद्ध पढ़ लवांगा, सीखण तो बिना नहीं गल बने। जिन्ना चिर तक तुर की बाणी की संथ्या ना की जाए, उन्ना चिर तक लगा मात्रा उचारण का पता नहीं लगता। ते आपां पाठ पढ़िया सी, केव सचियारा हुई है, ऐड़े नूं 2 दलाइयां। जे आप कोई संथ्या तो बिना पढ़ेगा हुईए पढ़ देगा, एक लाल आएगा, किव कूड़े टुटे पाल, लल्ले नूं सिहारी भी है पाल। ते पातशाह जी ने प्रमाण किया प्यारिया, कूड़ की कंध किवें टुटे, ये सिद्धा दा प्रश्न है। ते पातशाह महाराज जी ने फिर इसदा जवाब दिता सी, हुक्म रजाई चलना नानक लिखिया नाल। उस मालक की हुक्म में चलना, वो जो रजा करने वाला, अपनी रजाई में चलाउण वाला, अपने हुक्म च चलाउण वाला मालक है ना, उस मालक के हुक्म दे विच चलना चाहिए है, तां उस परमात्मा के दर ते सचियार होईदा है। ते जिहड़ा कोई परमात्मा के दर ते मालक का हुक्म मन करके बहेगा, उन्होंने मालक के दर्शन होणगे, अभेद हो जाएगा मालक दे नाल। फिर प्रश्न किया जी महाराज, कोई सिखाले ही परमात्मा के दर ते प्रवान नीक हो जाइदा है? हर कोई मनुख प्रवान नीक हो सकता है। ते गरीब नवाज पातशाह महाराज जी ने मेहर की, नहीं प्यारिया, पहला जिहड़े 3 दोष है ना, उन्हां 3 दोषां नूं खत्म करना पएगा। साध संगत थोड़ी जी बरीकी वाला बचन है, साडे अंतशकरण विच 3 दोष ने। ते 3 दोष की ने? मल, वखेप और अवर्ण। ये साडे अंतशकरण दे दोष ने। मल का अर्थ है जिहड़ी मैल लगी हुई है साडे पापां दी, साडे विकारां दी, एक ये दोष है।
दूजा दोष है वखेप। वखेप मैंने वखरेवापन, दूजापन, दुबदा भी मैं कोई होर हाँ, दूजा कोई होर है। जिन्हों आपां कह सकते हैं अपना पराया। पशु कोई होर ने, मनुख होर ने, पंछी होर ते बनस्पति होर है। जिहड़ा भेद पै जाना अंदर, ये वखेप मल है। ते तीजी मैल है अवर्ण। अवर्ण का अर्थ है पर्दा। पर्दा पै जाना, वो जिहड़ा पातशाह ने कूड़ दी पाल किया है, कूड़ दी गंध किया, कूड़ दा पर्दा किया। पातशाह कहते प्यारिओ, ये जिहड़े तीन दोष है ना, जदों तीन दोष अंतशकरण विचों खत्म होणगे, उदों परमात्मा की प्राप्ति होए। और तिन्हां दोषां नूं खत्म करने वास्ते की करना पएगा? जिहड़ा मल दोष है ना, मैल जिहड़ी लगी है, ये खत्म होंदी है निष्काम कर्म करके। एक काम ਉਹ ਨੇ ਜਿਹੜੇ ਅਸੀਂ ਕਾਮਨਾ ਦੇ ਨਾਲ ਕਰਦੇ ਹਾਂ, ਵੀ ਕੋਈ ਕਾਮਨਾ ਨੂੰ ਧਾਰ ਕੇ ਪਾਠ ਕਰ ਲਿਆ, ਕਿਸੇ ਕਾਮਨਾ ਨੂੰ ਧਾਰ ਕੇ ਅਰਦਾਸ ਕਰਾ ਲਈ ਵੀ ਮਹਾਰਾਜ ਸਾਡਾ ਆ ਕੰਮ ਬਣ ਜਾਏ, ਕਿਸੇ ਇੱਛਾ ਨੂੰ ਧਾਰ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਛਕਾ ਦਿੱਤਾ। ਹੈ ਤਾਂ ਇਹ ਸੇਵਾ ਹੈ, ਪਰ ਸਾਡੇ ਮਨ ਵਿੱਚ ਕਾਮਨਾ ਹੈ, ਇੱਛਾ ਹੈ। ਇੱਛਾ ਨੂੰ ਪੂਰੀ ਹੋਣ ਵਾਸਤੇ ਅਸੀਂ ਉਹ ਕਰਮ ਕਰ ਰਹੇ, ਉਹ ਕਰਮ ਨਿਸ਼ਕਾਮ ਨਹੀਂ, ਉਹ ਕਾਮਨਾ ਦੇ ਵਿੱਚ ਬੱਝਾ ਹੋਇਆ। ਪਾਤਸ਼ਾਹ ਕਹਿੰਦੇ ਜਿਹੜਾ ਮਲ ਦੋਸ਼ ਹੈ ਨਾ, ਇਹ ਨਿਸ਼ਕਾਮ ਕਰਮ ਕਰਕੇ ਦੂਰ ਹੁੰਦਾ ਹੈ। ਗੁਰੂ ਘਰ ਦੀ ਸੇਵਾ ਕਰਨੀ ਤੇ ਨਿਸ਼ਕਾਮ ਹੋ ਕਰਕੇ ਕਰਨੀ, ਅਰਦਾਸ ਕਰਨੀ, ਉਹਦੇ ਵਿੱਚ ਕਾਮਨਾ ਕੋਈ ਨਾ ਰੱਖਣੀ, ਗੁਰੂ ਨਾਲ ਪ੍ਰੀਤੀ ਪਾਉਣ ਦੀ, ਪ੍ਰੇਮ ਪਾਉਣ ਦੀ ਅਰਦਾਸ ਕਰਨੀ, ਗੁਰੂ ਕੀ ਸੇਵਾ ਦੀ ਅਰਦਾਸ ਕਰਨੀ, ਸੰਗਤਾਂ ਦੇ ਜੋੜੇ ਝਾੜਨੇ, ਗੁਰੂ ਕੇ ਲੰਗਰ ਦੀ ਸੇਵਾ ਕਰਨੀ, ਗੁਰੂ ਕੀ ਬਾਣੀ ਦਾ ਪਾਠ ਪੜ੍ਹਨਾ ਤੇ ਨਿਸ਼ਕਾਮ ਹੋ ਕਰਕੇ ਕਰਨਾ, ਤੇ ਕਾਮਨਾ ਤਾਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ। ਜਿੱਥੇ ਸੂਰਜ ਆ ਗਿਆ ਉੱਥੇ ਹਨੇਰਾ ਨਹੀਂ ਰਹੇਗਾ, ਚਾਨਣ ਆਪਣੇ ਆਪ ਹੀ ਆ ਜਾਏ। ਜਿੱਥੇ ਬਰਫ਼ ਆ ਗਈ, ਠੰਡ ਆਪਣੇ ਆਪ ਹੀ ਆ ਜਾਏਗੀ, ਲੈ ਕੇ ਆਉਣ ਦੀ ਜ਼ਰੂਰਤ ਨਹੀਂ। ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆ ਗਈ, ਉੱਥੇ ਕਾਮਨਾ ਆਪਣੇ ਆਪ ਹੀ ਪੂਰੀਆਂ ਹੋਣਗੀਆਂ, ਮੰਗਣ ਦੀ ਜ਼ਰੂਰਤ ਹੀ ਨਹੀਂ ਪਏਗੀ। ਪਾਤਸ਼ਾਹ ਕਹਿੰਦੇ ਨਿਸ਼ਕਾਮ ਕਰਮਾਂ ਦੁਆਰਾ ਜਿਹੜਾ ਮਲ ਦੋਸ਼ ਹੈ ਉਹ ਦੂਰ ਹੁੰਦਾ ਹੈ। ਫਿਰ ਇਸ ਤਰੀਕੇ ਦੇ ਨਾਲ ਜਿਹੜਾ ਵਖੇਪ ਦਾ ਦੋਸ਼ ਹੈ ਉਹ ਦੂਰ ਹੁੰਦਾ ਹੈ ਉਪਾਸ਼ਨਾ ਦੁਆਰਾ। ਜਿਵੇਂ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਹੈ ਤੇ ਸਾਡੀ ਉਪਾਸ਼ਨਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਧੂਪ ਦੀਪ ਭੇਟਾ ਕਰਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਜੋ ਅਸੀਂ ਭੇਟਾਵਾਂ ਚੜਾਉਣੇ ਹਾਂ, ਕੋਈ ਚੌਰ ਸਾਹਿਬ ਦੀ ਸੇਵਾ ਕਰਨੀ, ਕੋਈ ਧੂਪ ਦਿਖਾਉਣੀ, ਕੋਈ ਗੁਰੂ ਘਰ ਦੇ ਵਿੱਚ ਸਫਾਈ ਕਰਨੀ, ਇਹ ਉਪਾਸ਼ਨਾ ਹੈ। ਤੇ ਉਪਾਸ਼ਨਾ ਦੁਆਰਾ ਜਿਹੜਾ ਵਖੇਪ ਹੈ ਨਾ, ਦੂਜਾ ਦੁਜਿੱਤਾਪਣ, ਪਰਾਇਆਪਣ, ਆਪਣਾ ਪਰਾਇਆ, ਇਹ ਦੋਸ਼ ਦੂਰ ਹੁੰਦਾ ਹੈ। ਫਿਰ ਤੀਜਾ ਪਰਦਾ ਹੈ ਅਵਰਨ, ਜਿਹੜਾ ਵਿੱਚ ਕੂੜ ਕੀ ਪਾਲ ਬਣੀ ਹੋਈ ਹੈ, ਵਿੱਚ ਪਰਦਾ ਬਣਿਆ ਹੋਇਆ ਹੈ। ਇਹਨੂੰ ਦੂਰ ਕਰਨ ਵਾਸਤੇ ਇਹ ਬਚਨ ਕਰਦੇ ਨੇ ਕਿ ਵਿਰਾਗ ਨੂੰ ਧਾਰਨ ਕਰਨਾ, ਫਿਰ ਵਿਵੇਕ, ਖੱਟ ਸਮਤੀ, ਮਮੋਖ ਇੱਛਾ, ਤਤਵੰਗ ਦਾ ਸੋਧਨ ਕਰਨਾ, ਸਰਵਣ ਮੰਨਣ ਨਿਧਿਆਸਣ। ਇਹ ਬਰੀਕੀ ਦੇ ਕੁਝ ਬਚਨ ਨੇ ਕਿ ਜੋ ਅਸੀਂ ਸਰਵਣ ਕਰ ਰਹੇ ਇਹਨੂੰ ਸੁਣਨਾ, ਫਿਰ ਉਸ ਬਚਨ ਨੂੰ ਮੰਨਣਾ, ਤੇ ਨਿਧਿਆਸਣ ਦਾ ਅਰਥ ਉਹਦੀ ਕਮਾਈ ਕਰਨੀ, ਉਹਦੇ ਤੇ ਚੱਲਣਾ। ਜਿਵੇਂ ਆਪਾਂ ਕਹਿੰਦੇ ਜਿਹੜਾ ਗੁਰੂ ਦਾ ਬਚਨ ਸੁਣਿਆ ਹੈ ਉਹ ਸਾਡੇ ਮੰਨਣ ਵਿੱਚ ਆ ਜਾਏ ਕਿ ਇਹ ਗੁਰੂ ਦੀ ਕਥਾ, ਗੁਰੂ ਦਾ ਨਾਮ, ਪਰਮਾਤਮਾ ਦਾ ਨਾਮ ਸਾਡਾ ਕਲਿਆਣਕਾਰੀ ਹੈ, ਤੇ ਗੁਰੂ ਦੇ ਨਾਮ ਨੂੰ ਸੁਣਾਂਗੇ, ਪਰਮਾਤਮਾ ਦੇ ਨਾਮ ਨੂੰ ਸੁਣਾਂਗੇ, ਸਾਡੀ ਕਲਿਆਣ ਹੋਏਗੀ। ਜਿਹੜਾ ਬਚਨ ਸੁਣਿਆ ਉਹਨੂੰ ਮੰਨ ਲਿਆ ਵੀ ਵਾਕਿਆ ਇਹ ਬਚਨ ਸਾਡੇ ਵਾਸਤੇ ਕਲਿਆਣਕਾਰੀ। ਤੇ ਮੰਨਣ ਤੋਂ ਬਾਅਦ ਵਿੱਚ ਤੀਜੀ ਗੱਲ ਹੈ ਨਿਧਿਆਸਣ। ਇਹ ਨਿਧਿਆਸਣ ਦਾ ਅਰਥ ਹੈ ਉਹਦੀ ਕਮਾਈ ਕਰਨੀ, ਉਹ ਸ਼ਬਦ ਤੇ ਚੱਲਣਾ, ਉਹ ਗੁਰੂ ਕੇ ਬਚਨਾਂ ਤੇ ਚੱਲਣਾ ਜਿਹੜੇ ਸੰਗਤ ਵਿੱਚ ਸਰਵਣ ਕੀਤੇ, ਜਿਹੜੇ ਸੰਗਤ ਵਿੱਚ ਦੱਸੇ ਗਏ। ਇਸ ਤਰ੍ਹਾਂ ਸਰਵਣ, ਮੰਨਣ, ਨਿਧਿਆਸਣ, ਵਿਵੇਕ, ਵਿਰਾਗ, ਖੱਟ ਸਮਤੀ, ਮਮੋਖ ਇੱਛਾ, ਤਤਵੰਗ ਦਾ ਸੋਧਨ ਜਦੋਂ ਕਰਕੇ ਮਨੁੱਖ ਅੱਗੇ ਲੰਘਦਾ ਤੇ ਫਿਰ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ। ਇਹਦੇ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਣਾਲਕਾ ਕਹੀ। ਪ੍ਰਣਾਲਕਾ ਦਾ ਅਰਥ ਹੁੰਦਾ ਰੀਤੀ, ਮਰਿਆਦਾ, ਰਹੋ ਰੀਤ, ਜਿਹਦੇ ਵਿੱਚ ਚੱਲਣਾ ਹੁੰਦਾ ਹੈ। ਤੇ ਸਤਿਗੁਰੂ ਕਹਿੰਦੇ ਸਿੱਧੋ ਵੇਦਾਂ ਸ਼ਾਸਤਰਾਂ ਦੀ ਪ੍ਰਣਾਲਕਾ ਤੇ ਚੱਲਣਾ,
ਇਹਦੇ ਨਾਲ ਪ੍ਰਮਾਤਮਾ ਮਿਲਦਾ ਹੈ। ਹੁਣ ਅਸੀਂ ਸਵਾਲ ਕਰਾਂਗੇ ਵੀ ਸਾਡਾ ਵੇਦਾਂ ਸ਼ਾਸਤਰਾਂ ਦੇ ਨਾਲ ਕੀ ਸੰਬੰਧ ਹੈ? ਗੁਰੂ ਕੇ ਸਿੱਖ ਦਾ ਨਾ ਵੇਦਾਂ ਦੇ ਨਾਲ ਕੋਈ ਸੰਬੰਧ ਤੇ ਨਾ ਸ਼ਾਸਤਰਾਂ ਦੇ ਨਾਲ ਕੋਈ ਸੰਬੰਧ। ਹਿੰਦੂ ਮਤ ਦੇ ਗ੍ਰੰਥ ਨੇ, ਉਹਨਾਂ ਨੂੰ ਪ੍ਰਮਾਣਿਕ ਹੋਣ, ਉਹਨਾਂ ਨੂੰ ਮੁਬਾਰਕ ਨੇ, ਪਰ ਖਿਆਲ ਕਰਨਾ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਬਚਨ ਕਹਿ ਰਹੇ ਨੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਜੇ ਤਿਆਰ ਨਹੀਂ ਹੋਇਆ। ਅਜੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਗਰੀਬ ਨਵਾਜ ਪਾਤਸ਼ਾਹ ਉਚਾਰਨ ਕਰ ਰਹੇ ਨੇ। ਉਸ ਵੇਲੇ ਦਾ ਜਿਹੜਾ ਜ਼ਿਆਦਾਤਰ ਸੁਭਾਅ ਤੇ ਰੁਝਾਨ ਸੀ ਵੇਦਾਂ ਸ਼ਾਸਤਰਾਂ ਦਾ, ਜਿਹੜਾ ਉਸ ਵੇਲੇ ਚੱਲ ਰਿਹਾ ਸੀ, ਲੋਕੀ ਵੇਦਾਂ ਸ਼ਾਸਤਰਾਂ ਨੂੰ ਮੰਨਦੇ ਸੀ। ਤੇ ਖਿਆਲ ਕਰਨਾ ਸਿੱਧ ਲੋਕ ਸਾਡੇ ਧਰਮ ਵਿੱਚ ਨਹੀਂ, ਉਹ ਵੇਦਾਂ ਸ਼ਾਸਤਰਾਂ ਨੂੰ ਮੰਨਣ ਵਾਲੇ ਨੇ। ਜਦੋਂ ਅਸੀਂ ਦੂਜੇ ਬਗਾਨੇ ਧਰਮ ਵਾਲੇ ਮਨੁੱਖ ਨੂੰ ਧਰਮ ਦੀ ਸਿੱਖਿਆ ਦੇਵਾਂਗੇ, ਉਹਦੇ ਧਰਮ ਅਨੁਸਾਰ ਦੇਵਾਂਗੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪ੍ਰਚਾਰ ਕਰਦਿਆਂ ਇਹੋ ਹੀ ਬਚਨ ਕਿਹਾ ਕਰਦੇ ਸੀ ਵੀ ਅਸੀਂ ਕਹਿੰਦੇ ਵੀ ਹਿੰਦੂ ਪੂਰਾ ਹਿੰਦੂ ਹੋਵੇ, ਧੋਤੀ ਪਹਿਨਦਾ ਹੋਵੇ, ਜਨੇਊ ਪਾਇਆ ਹੋਵੇ, ਗਾਇਤਰੀ ਮੰਤਰ ਪੜ੍ਹਦਾ ਹੋਵੇ ਤੇ 6 ਕਰਮ ਬ੍ਰਾਹਮਣਾਂ ਵਾਲੇ ਕਰਦਾ ਹੋਵੇ, ਉਹ ਆਪਣੇ ਧਰਮ ਦੇ ਵਿੱਚ ਪੱਕਾ ਰਵੇ। ਮੁਸਲਮਾਨ 5 ਵਕਤ ਦਾ ਨਵਾਜੀ ਹੋਵੇ, ਰੋਜ਼ੇ ਰੱਖਦਾ ਹੋਵੇ, ਮੁਹੰਮਦੀ ਸ਼ਰਾਹ ਤੇ ਚੱਲਦਾ ਹੋਵੇ ਤੇ ਉਹ ਆਪਣੇ ਧਰਮ ਦੇ ਵਿੱਚ ਪ੍ਰਮਾਣਿਕ ਹੈ। ਬੋਧੀ ਤੇ ਜੈਨੀ ਆਪੋ ਆਪਣੇ ਧਰਮਾਂ ਦੇ ਵਿੱਚ ਪੱਕੇ ਰਹਿਣ ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਉਹ ਸਾਬਤ ਸੂਰਤ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤਧਾਰੀ ਹੋਵੇ, 5 ਬਾਣੀਆਂ ਦਾ ਨਿਤਨੇਮੀ ਹੋਵੇ ਤੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨਦਾ ਹੋਵੇ। ਇਹ ਹੁੰਦਾ ਹੈ ਵੀ ਦੂਜੇ ਦੇ ਧਰਮ ਨੂੰ ਜਦੋਂ ਸਿੱਖਿਆ ਦੇਣੀ, ਉਹਦੇ ਧਾਰਮਿਕ ਗ੍ਰੰਥ ਅਨੁਸਾਰ ਸਿੱਖਿਆ ਦੇਣੀ ਵੀ ਪਿਆਰਿਆਂ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਰਹਿ, ਤੇ ਜਿਹੜਾ ਗੁਰੂ ਦਾ ਸਿੱਖ ਹੋਇਆ ਆਪਣੇ ਧਰਮ ਦੇ ਵਿੱਚ ਪੱਕਾ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਪ੍ਰਣਾਲਿਕਾ, ਉਹਨਾਂ ਦੀ ਰੀਤੀ ਉਹਨਾਂ ਨੂੰ ਦੱਸੀ। ਇਹ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ, ਤੇ ਜਿਹੜਾ ਸਾਡੇ ਸਿੱਖਾਂ ਵਾਸਤੇ ਉਪਦੇਸ਼ ਹੈ, ਸਾਡੇ ਵਾਸਤੇ ਉਪਦੇਸ਼ ਹੈ, ਉਹ ਸਾਡੀ ਪ੍ਰਣਾਲਿਕਾ ਵੱਖਰੀ ਹੈ। ਸਾਡੇ ਵਾਸਤੇ ਗੁਰੂ ਪਾਤਸ਼ਾਹ ਦਾ ਡਾਇਰੈਕਟ ਉਪਦੇਸ਼ ਇਹ ਹੈ ਕਿ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਹ ਗੁਰੂ ਕੇ ਸਿੱਖ ਨੂੰ ਸਿੱਧਾ ਉਪਦੇਸ਼ ਹੈ ਵੀ ਗੁਰੂ ਕੇ ਸਿੱਖ ਦੀ ਪ੍ਰਣਾਲਿਕਾ ਕੀ ਹੈ, ਸਿੱਖ ਨੇ ਕੀ ਕਰਨਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਕਿਲਵੇਖ ਸਭ ਕਿਲਵੇਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਇਹ ਸਾਡੀ ਪ੍ਰਣਾਲਿਕਾ ਹੈ, ਇਹ ਸਾਡਾ ਸਿਧਾਂਤ ਹੈ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਵੀ ਸਿੱਖ ਨੇ ਕੀ ਕਰਨਾ। ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕੀ ਉਪਦੇਸ਼ ਦੁਆਰਾ ਅੰਤਿਸ਼ ਕਰਨ ਦੇ 3 ਦੋਖ ਖਤਮ ਹੋ ਗਏ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ, ਪ੍ਰਮਾਤਮਾ ਨਾਲ ਅਭੇਦ ਹੋਏਗਾ। ਇਸ ਵਾਸਤੇ ਮਾਲਕ ਦੇ ਹੁਕਮ ਵਿੱਚ ਚੱਲਣਾ, ਮਾਲਕ ਦੀ ਰਜ਼ਾ ਵਿੱਚ ਚੱਲਣਾ। ਫਿਰ ਗੁਰੂ ਕੇ ਸਿੱਖਾਂ ਨੇ ਪੁੱਛਿਆ ਮਹਾਰਾਜ, ਸੋ ਵਾਹਿਗੁਰੂ ਸਿੱਧਾ ਨੇ ਪੁੱਛਿਆ ਮਹਾਰਾਜ, ਕੀ ਦੁਨੀਆ ਦੇ ਲੋਕ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ, ਰਜ਼ਾ ਵਿੱਚ ਨਹੀਂ ਚੱਲਦੇ? ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ, ਪਿਆਰਿਓ ਦੁਨੀਆ ਦੇ ਲੋਕ ਚੱਲਦੇ ਹਨ ਪਰ ਆਪਣੇ ਆਪ ਹੁਕਮ ਦੇ ਵਿੱਚ ਨਹੀਂ ਚੱਲਦੇ। ਪਰਮਾਤਮਾ ਉਹਨਾਂ ਨੂੰ ਧੱਕੇ ਦੇ ਨਾਲ ਆਪਣਾ ਹੁਕਮ ਮਨਾਉਂਦਾ ਹੈ। ਅਸੀਂ ਲੋਕ ਪਰਮਾਤਮਾ ਦਾ ਹੁਕਮ ਮੰਨਣ ਵਾਸਤੇ ਤਿਆਰ ਨਹੀਂ, ਨਾ ਮਾਲਕ ਦੇ ਭਾਣੇ ਵਿੱਚ ਚੱਲਦੇ। ਕੱਲ ਵੀ ਆਪਾਂ ਬਚਨ ਕੀਤਾ ਸੀ, ਅਸੀਂ ਆਪਣੀ ਮਜਬੂਰੀ ਵਿੱਚ ਤਾਂ ਚੱਲਦੇ ਹਾਂ, ਆਪਣੀ ਲਾਚਾਰੀ ਵਿੱਚ ਤਾਂ ਚੱਲਦੇ ਹਾਂ, ਪਰ ਮਾਲਕ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਸਾਨੂੰ ਹੁਕਮ ਦੱਸਿਆ, ਉਹਦੇ ਅਨੁਸਾਰ ਜੋ ਚੱਲਣਾ, ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਅਭੇਦ ਹੋਣਾ ਤੇ ਮਾਲਕ ਦੇ ਦਰਸ਼ਨ ਕਰਨੇ ਨੇ। ਸੋ ਇਹ ਪਾਤਸ਼ਾਹ ਮਹਾਰਾਜ ਜੀ ਦੀਆਂ ਕੱਲ ਦੀਆਂ 2 ਪੰਕਤੀਆਂ ਦੀ ਵਿਆਖਿਆ, ਸੋ ਅੰਤਰੀਵ ਅਰਥਾਂ ਦੀ ਵਿਚਾਰ ਰਹਿੰਦੀ ਸੀ। ਅੱਜ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਦੂਜੀ ਪੌੜੀ ਵਿੱਚ ਕਿਰਪਾ ਕਰ ਰਹੇ ਨੇ, ਮਿਹਰ ਕਰ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਆਪਣੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਲਵਾਓ। ਸਰਬੱਤ ਸੰਗਤ ਪਿਆਰ ਨਾਲ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ।
ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ ਲੱਗੇ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਜੋ ਮਾਲਕ ਹੈ ਨਾ, ਉਸ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਕਿਹਾ ਨਹੀਂ ਜਾ ਸਕਦਾ। ਕਿਉਂ ਨਹੀਂ ਕਿਹਾ ਜਾ ਸਕਦਾ? ਇਹ ਸੱਚੇ ਪਾਤਸ਼ਾਹ ਮਹਾਰਾਜ ਕੀ ਉਸ ਮਾਲਕ ਦਾ ਹੁਕਮ ਬਿਲਕੁਲ ਨਹੀਂ ਕਿਹਾ ਜਾ ਸਕਦਾ? ਫਿਰ ਵੀ ਕੋਈ ਨਾ ਕੋਈ ਮਾਲਕ ਦਾ ਥੋੜਾ ਬਾਲਾ ਹੁਕਮ ਤਾਂ ਕਿਹਾ ਜਾ ਸਕਦਾ ਹੋਵੇਗਾ ਨਾ। ਇਹਦਾ ਪੰਕਤੀ ਦਾ ਅਰਥ ਅਨਵੈ ਕਰਕੇ, ਅਨਵੈ ਦਾ ਅਰਥ ਹੁੰਦਾ ਹੈ ਵੀ ਪੰਕਤੀ ਨੂੰ ਅੱਧੀ ਨੂੰ ਛੱਡ ਕੇ ਉਦੋਂ ਅੱਧੇ ਭਾਗ ਦੀ ਪਹਿਲਾਂ ਵਿਆਖਿਆ ਕਰਨੀ, ਉਹਨੂੰ ਕਹਿੰਦੇ ਨੇ ਅਨਵੈ ਕਰਕੇ ਅਰਥ ਕਰਨਾ। ਸੋ ਪਾਤਸ਼ਾਹ ਕਹਿੰਦੇ ਹੁਕਮ ਨਾ ਕਹਿਆ ਜਾਈ। ਉਸ ਮਾਲਕ ਦਾ ਜਿਹੜਾ ਪੂਰਾ ਹੁਕਮ ਹੈ ਨਾ ਉਹ ਕਿਹਾ ਨਹੀਂ ਜਾ ਸਕਦਾ, ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਪਰ ਮਹਾਰਾਜ ਕੋਈ ਥੋੜੀ ਬਾਰੀ ਮਾਲਕ ਦੇ ਹੁਕਮ ਦੀ ਵਿਆਖਿਆ ਕਰਕੇ ਦੱਸੋ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਹੁਕਮੀ ਹੋਵਣ ਆਕਾਰ। ਜਿੰਨੇ ਆਕਾਰ ਹਨ ਇਹ ਮਾਲਕ ਦੇ ਹੁਕਮ ਦੇ ਵਿੱਚ ਬਣੇ ਨੇ। ਪਹਾੜ ਬਣੇ ਨੇ, ਬ੍ਰਹਿਮੰਡ ਬਣੇ ਨੇ, ਸਮੁੰਦਰ ਬਣੇ ਨੇ, ਦਰਿਆ ਬਣੇ ਨੇ, ਧਰਤੀ ਦਾ ਆਕਾਰ ਬਣਿਆ ਹੈ, ਇਹ ਮਾਲਕ ਦੇ ਹੁਕਮ ਦੇ ਵਿੱਚ ਬਣਿਆ ਹੈ। ਜੇ ਸਾਡੇ ਸਰੀਰ ਦਾ ਆਕਾਰ ਬਣਿਆ ਤੇ ਮਾਲਕ ਨੇ ਕੈਸਾ ਸੁੰਦਰ ਆਕਾਰ ਬਣਾਇਆ। ਪਾਤਸ਼ਾਹ ਫਰਮਾਨ ਕਰਦੇ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਰੰਚਕ ਥੋੜਾ ਮਾਤਰ ਇੱਕ ਮੂੰਦ ਰੇਤ, ਸੱਚੇ ਪਾਤਸ਼ਾਹ ਕਹਿੰਦੇ ਨੇ ਬੀਰਜ ਦੁਆਰਾ ਇਹ ਤੇਰੇ ਸਰੀਰ ਦੀ ਥੋੜਾ ਆਕਾਰ ਸੋਹਣੀ ਦੇਹ ਬਣਾ ਕਰਕੇ ਮਾਲਕ ਨੇ ਇਹ ਤੈਨੂੰ ਦੁਨੀਆ ਵਿੱਚ ਪ੍ਰਗਟ ਕਰ ਦਿੱਤਾ। ਮਾਲਕ ਦੇ ਹੁਕਮ ਦੇ ਅਨੁਸਾਰ ਹੀ ਮਾਤਾ ਦੇ ਗਰਭ ਦੇ ਵਿੱਚ ਇਸ ਜੀਵ ਦਾ ਆਕਾਰ ਬਣਦਾ ਹੈ, ਸਰੀਰ ਪੈਦਾ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਕਰਦੇ ਪਿਆਰਿਓ, ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ। ਉਹ ਮਾਲਕ ਵਾਹਿਗੁਰੂ ਸਾਰੇ ਆਕਾਰਾਂ ਨੂੰ ਬਣਾ ਕਰਕੇ ਤੇ ਸਾਰੇ ਆਕਾਰਾਂ ਦੀ ਵਿਚਾਰ ਵੀ ਫਿਰ ਆਪ ਕਰਦਾ ਹੈ। ਕਿੰਨੇ ਆਕਾਰ ਨੇ ਦੁਨੀਆ ਵਿੱਚ ਮਨੁੱਖਾਂ ਦੇ ਸਰੀਰਾਂ ਦੇ। ਕਿਸੇ ਨੂੰ ਬਹੁਤ ਸੋਹਣਾ ਪ੍ਰਮਾਤਮਾ ਨੇ ਰੂਪ ਦਿੱਤਾ ਤੇ ਸੋਹਣੇ ਅੰਗ ਬਣਾਏ, ਸੋਹਣਾ ਆਕਾਰ ਬਣਾਇਆ। ਕਿਸੇ ਦੇ ਆਕਾਰ ਵਿੱਚ ਥੋੜਾ ਜਿਹਾ ਫਰਕ ਪਾ ਦਿੱਤਾ ਤੇ ਉਹਨੂੰ ਦੂਜੇ ਦੇ ਨਾਲੋਂ ਥੋੜਾ ਜਿਹਾ ਘੱਟ ਰੂਪ ਰੰਗ ਦੇ ਦਿੱਤਾ। ਕਿਸੇ ਦਾ ਆਕਾਰ ਮਨੁੱਖ ਦਾ, ਕਿਸੇ ਦਾ ਇਸਤਰੀ ਦਾ, ਕਿਸੇ ਦਾ ਮਰਦ ਦਾ। ਕੋਈ ਪ੍ਰਮਾਤਮਾ ਨੇ ਕਿੱਦਾਂ ਦਾ ਆਕਾਰ ਤੇ ਕੋਈ ਕਿਸ ਤਰ੍ਹਾਂ ਦਾ ਆਕਾਰ ਬਣਾਇਆ। ਮਾਲਕ ਦੇ ਆਕਾਰ ਦੀ ਹੈਰਾਨਤਾਈ ਕੀ ਹੈ, ਅਚਰਜਤਾਈ ਕੀ ਹੈ ਵੀ ਕਿਸੇ ਦੇ ਉਂਗਲਾਂ ਦੇ ਨਿਸ਼ਾਨ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ, ਕਿਸੇ ਦਾ ਚਿਹਰਾ ਇੱਕ ਦੂਜੇ ਦੇ ਨਾਲ ਨਹੀਂ ਮਿਲਦਾ, ਕਿਸੇ ਦੇ ਅੰਗ ਪ੍ਰਤੰਗ ਨਹੀਂ ਮਿਲਦੇ। ਤੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਇਹ ਮਾਲਕ ਦਾ ਹੈਰਾਨਗੀ ਵਾਲਾ ਕੌਤਕ ਹੈ ਜਿਹੜਾ ਆਕਾਰ ਮਾਲਕ ਨੇ ਬਣਾਇਆ। ਮੇਰੇ ਕਰਤੇ ਇੱਕ ਖੇਲ ਉਪਾਇਆ ਕੋਈ ਨਾ ਕਿਸੇ ਜਿਹਾ ਉਪਾਇਆ। ਪਰਮਾਤਮਾ ਵਾਹਿਗੁਰੂ ਨੇ ਇਹ ਖੇਲ ਬਣਾ ਦਿੱਤਾ ਵੀ ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ, ਕਿਸੇ ਦਾ ਆਕਾਰ ਕਿਸੇ ਨਾਲ ਨਹੀਂ ਰਲਦਾ। ਪਾਤਸ਼ਾਹ ਕਹਿੰਦੇ ਹੁਕਮੀ ਹੋਵਣ ਆਕਾਰ। ਉਸ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਸਾਰੇ ਜੀਵਾਂ ਦੇ ਆਕਾਰ, ਸਾਰੀ ਸ੍ਰਿਸ਼ਟੀ ਦੇ ਆਕਾਰ ਬਣਦੇ ਨੇ। ਉਸ ਮਾਲਕ ਦੇ ਹੁਕਮ ਨੂੰ ਪੂਰਨ ਤੌਰ ਤੇ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਪਾਤਸ਼ਾਹ ਜੀ ਮਿਹਰ ਕਰਦੇ ਨੇ ਪਿਆਰਿਓ, ਹੁਕਮੀ ਹੋਵਣ ਜੀ। ਜਿਹੜਾ ਜੀ ਦੇ ਅੱਗੇ ਐੜਾ ਲੱਗਾ ਨਾ ਉਹਦੀ ਵੀ ਆਪਣੀ ਚਾਲ ਹੈ, ਉਹਦਾ ਆਪਣਾ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਨੇ ਆਵਾਜ਼ ਰੱਖੀ ਹੈ। ਇੱਕ ਜੀ ਅਸੀਂ ਬੋਲਦੇ ਵੀ ਆਓ ਜੀ, ਬੈਠੋ ਜੀ, ਛਕੋ ਜੀ, ਉਹ ਜੀ ਹੋਰ ਹੈ। ਉਹ ਜੀ ਦਾ ਅਰਥ ਹੈ ਕਿਸੇ ਦਾ ਸਤਿਕਾਰ ਕਰਨਾ, ਕਿਸੇ ਦਾ ਮਾਣ ਰੱਖਣਾ, ਕਿਸੇ ਦੀ ਵਡਿਆਈ ਕਰਨੀ। ਉਹ ਸਾਡੇ ਬੋਲਣ ਵਿੱਚ ਹੈ ਜੀ ਲਫ਼ਜ਼। ਜਦੋਂ ਅਸੀਂ ਕਿਸੇ ਨੂੰ ਸਤਿਕਾਰ ਦੇਣਾ ਹੋਵੇ ਤੇ ਜੀ ਕਹਿ ਕੇ ਬੁਲਾਉਣੇ। ਇੱਥੇ ਜਿਹੜਾ ਜੀ ਸ਼ਬਦ ਗਰੀਬ ਨਵਾਜ ਪਾਤਸ਼ਾਹ ਨੇ ਲਿਖਿਆ, ਇਸ ਜੀ ਦਾ ਅਰਥ ਸਤਿਕਾਰ ਨਹੀਂ। ਇੱਥੇ ਜੀ ਦਾ ਅਰਥ ਹੈ ਜੀਵ, ਐੜਾ ਹੈ ਜੀ, ਕਿਸ ਤਰ੍ਹਾਂ ਨੂੰ ਬੁਲਾਉਣਾ ਹੈ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਜੀ ਪੈਦਾ ਹੁੰਦੇ ਨੇ। ਤੇ ਮਾਲਕ ਨੇ ਜਿਹੜਾ ਆਕਾਰ ਬਣਾਇਆ ਤੇ ਪਾਤਸ਼ਾਹ ਕਹਿੰਦੇ ਫਿਰ 6 ਮਹੀਨਿਆਂ ਵਿੱਚ ਉਹਦੇ ਵਿੱਚ ਜਾਨ ਵੀ ਪਾਈ। ਭਗਤ ਫਰੀਦ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਆ, ਗੰਢੇਂਦਿਆਂ 6 ਮਾਹ ਤੁੜੰਦਿਆਂ ਇੱਕ ਖਿਨੋ।
ਜੀਵ ਨੂੰ ਜਿਸ ਵੇਲੇ ਜਾਣ ਪੈ ਜਾਂਦੀ ਹੈ, ਸਵਾਸ ਚੱਲਣ ਲੱਗ ਪੈਂਦੇ ਨੇ 6 ਮਹੀਨਿਆਂ ਵਿੱਚ, ਤੇ ਪਾਤਸ਼ਾਹ ਕਹਿੰਦੇ ਨੇ ਇਹਨੂੰ ਪੈਦਾ ਹੁੰਦਿਆਂ ਜਾਣ ਪੈਂਦੀ ਨੂੰ ਤਾਂ 6 ਮਹੀਨੇ ਲੱਗ ਗਏ, ਪਰ ਮਿਟਣ ਲੱਗਿਆ ਇੱਕ ਖਿੰਨ ਵੀ ਨਹੀਂ ਲੱਗਾ, ਸਵਾਸ ਨਿਕਲ ਲੱਗਿਆ ਇੱਕ ਖਿੰਨ ਦਾ ਸਮਾਂ ਵੀ ਨਾ ਲੱਗਾ। ਸੋ ਪਾਤਸ਼ਾਹ ਕਹਿੰਦੇ ਨੇ ਹੁਕਮੀ ਹੋਵਣ ਜੀ, ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਇਹ ਸਰੀਰ ਦੇ ਆਕਾਰ ਵਿੱਚ, ਸਰੀਰ ਦੇ ਪੁਤਲੇ ਵਿੱਚ ਜੀਵ ਆਤਮਾ ਪਾਈ ਗਈ। ਪਰਮਾਤਮਾ ਨੇ ਆਪਣੀ ਜਿੰਦ ਪਾਈ, ਹੁਕਮ ਮਿਲੇ ਵਡਿਆਈ, ਤੇ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਫਿਰ ਜੀਵਾਂ ਨੂੰ ਵਡਿਆਈ ਮਿਲਦੀ। ਦੁਨੀਆ ਦੇ ਜਿੰਨੇ ਜੀਵ ਨੇ, ਸਾਰੇ ਜੀਵਾਂ ਦਾ ਇਹ ਖਿਆਲ ਹੈ ਵੀ ਮੈਨੂੰ ਸਾਰਿਆਂ ਦੇ ਨਾਲੋਂ ਜ਼ਿਆਦਾ ਵਡਿਆਈ ਮਿਲੇ। ਦੁਨੀਆ ਦਾ ਕੋਈ ਮਨੁੱਖ ਇਹ ਗੱਲ ਨਹੀਂ ਚਾਹੁੰਦਾ ਵੀ ਮੈਨੂੰ ਵਡਿਆਈ ਮਿਲੇ ਜਾਂ ਦੁਨੀਆ ਦੇ ਲੋਕ ਮੈਨੂੰ ਮਾੜਾ ਕਹਿਣ। ਦੁਨੀਆ ਦੇ ਹਰ ਇੱਕ ਮਨੁੱਖ ਦੀ ਇਹ ਵਿਚਾਰ ਹੈ ਵੀ ਮੈਨੂੰ ਦੁਨੀਆ ਦੇ ਲੋਕ ਚੰਗਾ ਕਹਿਣ, ਮੈਨੂੰ ਵਡਿਆਈ ਮਿਲੇ। ਪਰ ਸਾਧ ਸੰਗਤ ਤੋਂ ਵਡਿਆਈ ਆਪਣੇ ਕਰਮਾਂ ਦੀ, ਜਿਹੋ ਜੇ ਕਿਸੇ ਨੇ ਕਰਮ ਕੀਤੇ ਉਹਦੇ ਅਨੁਸਾਰ ਉਹਦੀ ਚੰਗਿਆਈ ਤੇ ਬਰਿਆਈ ਵਾਚੀ ਗਈ, ਉਹਦੇ ਅਨੁਸਾਰ ਹੀ ਉਹਨੂੰ ਵਡਿਆਈਆਂ ਤੇ ਖੁਸ਼ੀਆਂ ਮਿਲੀਆਂ ਨੇ। ਪਾਤਸ਼ਾਹ ਮਹਾਰਾਜ ਜੀ ਮਿਹਰ ਕਰਨ ਲੱਗੇ, ਇੱਕ ਆਵੇ ਇੱਕ ਜਾਹੇ ਉੱਠ, ਰਖੀਏ ਨਾਮ ਸਲਾਰ, ਏਕੋ ਪਾਏ ਮੰਗਦੇ ਇੱਕ ਨਾ ਵੱਡੇ ਦਰਬਾਰ। ਮਾਲਕ ਪਾਤਸ਼ਾਹ ਫਰਮਾਨ ਕਰਨ ਲੱਗੇ, ਪਿਆਰਿਓ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ, ਤੇ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਇਹ ਜਿੰਦ ਪੈਦਾ ਹੁੰਦੀ ਹੈ ਤੇ ਸਰੀਰ ਦੁਨੀਆ ਦੇ ਵਿੱਚ ਬਣਦਾ ਹੈ, ਤੇ ਮਾਲਕ ਦੀ ਵਡਿਆਈ ਦੇ ਨਾਲ ਹੀ ਇਹ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਆ ਹੈ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੀ ਗੱਲ ਕਰ ਰਹੇ ਨੇ ਵੀ ਮਾਲਕ ਦਾ ਹੁਕਮ ਕਿੰਨਾ ਕੁ ਵੱਡਾ ਹੈ, ਮਾਲਕ ਦਾ ਹੁਕਮ ਕੀ ਹੈ। ਤੇ ਪਾਤਸ਼ਾਹ ਮਿਹਰ ਕਰਦੇ ਨੇ, ਪਿਆਰਿਓ ਹੁਕਮੀ ਉੱਤਮ ਨੀਚ, ਮਾਲਕ ਦੇ ਹੁਕਮ ਦੇ ਅਨੁਸਾਰ ਹੀ ਖਿਆਲ ਕਰਨਾ। ਸਾਧ ਸੰਗਤ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਇੱਕ ਪੰਕਤੀ ਵਿੱਚ ਇੱਕ ਹੁੰਦਾ ਹੈ ਵਿਸਰਾਮ। ਵਿਸਰਾਮ ਹੁੰਦਾ ਹੈ ਜਦੋਂ ਅੱਧੀ ਪੰਕਤੀ ਦੇ ਜਿੱਥੇ ਗੁਰੂ ਕਾ ਸਿਧਾਂਤ ਮੇਲ ਖਾਂਦਾ ਹੋਵੇ ਉੱਥੇ ਵਿਸਰਾਮ ਲਾਉਣਾ, ਫਿਰ ਅੱਧੀ ਪੰਕਤੀ ਤੋਂ ਅੱਗੇ ਚੱਲਣਾ। ਉਸੇ ਪੰਕਤੀ ਵਿੱਚ ਇੱਕ ਹੁੰਦੀ ਹੈ ਜਮਕੀ, ਇੱਕ ਹੁੰਦੀ ਹੈ ਠਮਕੀ, ਵਿਸਰਾਮ ਤੇ ਪੂਰੀ ਪੰਕਤੀ। ਜਿਨ੍ਹਾਂ ਨੇ ਸੰਥਿਆ ਕੀਤੀ ਹੈ ਤੁਰਕੀ ਬਾਣੀ ਦੀ ਵਿਦਵਾਨਾਂ ਦੇ ਕੋਲੋਂ, ਉਹਨਾਂ ਨੂੰ ਪਤਾ ਹੈ ਵਿਸਰਾਮ ਕੀ ਹੈ, ਜਮਕੀ ਕੀ ਹੈ ਤੇ ਠਮਕੀ ਕੀ ਹੈ। ਭਾਵ ਜਮਕੀ ਤੇ ਥੋੜਾ ਜਿਹਾ ਰੁਕਣਾ, ਮਤਲਬ ਜਿਹੜਾ ਵੇਖਣ ਨੂੰ ਮਹਿਸੂਸ ਨਾ ਹੋਵੇ ਪਰ ਉਹਦਾ ਅਰਥ ਸਪਸ਼ਟ ਹੋ ਜਾਵੇ, ਪੰਕਤੀ ਸਪਸ਼ਟ ਹੋ ਜਾਵੇ। ਜੇ ਕੋਈ ਗੁਰਬਾਣੀ ਦਾ ਵਿਆਖਿਆਕਾਰ ਬਾਣੀ ਦਾ ਪਾਠ ਕਰਦਾ ਹੋਵੇ ਤੇ ਉਹਦੇ ਬਾਣੀ ਪੜ੍ਹਨ ਵਿੱਚ ਹੋਰ ਫਰਕ ਹੋਏਗਾ, ਜਿਨੇ ਇਕੱਲੀ ਸੰਥਿਆ ਕੀਤੀ ਉਹਦੇ ਬਾਣੀ ਪੜ੍ਹਨ ਵਿੱਚ ਹੋਰ ਫਰਕ ਹੋਏਗਾ, ਜਿਨੇ ਬਿਲਕੁਲ ਸੰਥਿਆ ਕੀਤੀ ਹੀ ਨਹੀਂ ਆਪੇ ਪੜ੍ਹਨ ਲੱਗ ਪਿਆ ਤੇ ਉਹਦੇ ਬਾਣੀ ਪੜ੍ਹਨ ਵਿੱਚ ਹੋਰ ਫਰਕ ਹੋਏਗਾ। 2 ਘੰਟੇ ਤਾਂ ਹਰ ਕੋਈ ਪੂਰੇ ਕਰ ਲੇਗਾ, ਰੌਲ ਤਾਂ ਲਾ ਹੀ ਦੇਗਾ, ਪਰ ਬਾਣੀ ਦੀ ਜਿਨੇ ਸੰਥਿਆ ਕੀਤੀ ਹੈ, ਜਿਨੇ ਵਿਆਖਿਆ ਦੇ ਨਾਲ ਪੜ੍ਹਿਆ, ਉਹਦੇ ਬਾਣੀ ਪੜ੍ਹਨ ਤੇ ਦੂਜੇ ਬਾਣੀ ਪੜ੍ਹਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇ। ਸੋ ਗੁਰੂ ਪਾਤਸ਼ਾਹ ਦਾ ਬਚਨ ਹੈ, ਜਮਕੀਏ ਹੁਕਮੀ ਉੱਤਮ ਨੀਚ, ਉਸ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉੱਤਮ ਤੇ ਨੀਵੇਂ ਮਨੁੱਖ ਪਰਮਾਤਮਾ ਨੇ ਪੈਦਾ ਕੀਤੇ। ਕਈਆਂ ਦੇ ਉੱਤਮ ਕਰਮ ਨੇ, ਕਈਆਂ ਦੇ ਨੀਵੇਂ ਕਰਮ ਨੇ। ਪਰਮਾਤਮਾ ਨੇ ਆਪ ਹੀ ਉੱਚੇ ਤੇ ਨੀਵੇਂ ਮਨੁੱਖ ਆਪ ਧਰਤੀ ਤੇ ਪੈਦਾ ਕੀਤੇ। ਦੂਜੇ ਅਰਥਾਂ ਵਿੱਚ ਇਉਂ ਕਹਿ ਲਈਏ ਵੀ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਕਈ ਮਨੁੱਖ ਤਾਂ ਉੱਤਮ ਕਰਮ ਕਮਾ ਰਹੇ ਨੇ ਤੇ ਕੋਈ ਨੀਵੇਂ ਕਰਮ ਕਰ ਰਹੇ ਨੇ। ਮਾਲਕ ਵਾਹਿਗੁਰੂ ਪਰਮਾਤਮਾ ਐਡਾ ਵੱਡਾ ਹੈ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਮਾਲਕ ਵਾਹਿਗੁਰੂ ਨੀਵਿਆਂ ਨੂੰ ਉੱਚੇ ਬਣਾਉਣ ਵਾਲਾ ਤੇ ਉੱਚਿਆਂ ਨੂੰ ਇੱਕ ਸਕਿੰਟ ਵਿੱਚ ਹੀ ਨੀਵੇਂ ਬਣਾਉਣ ਵਾਲਾ, ਇਹ ਮਾਲਕ ਦੀ ਮੌਜ ਹੈ। ਜਿਹੜਾ ਕੱਲ ਰਾਜਾ ਤੇ ਅੱਜ ਭਿਖਾਰੀ, ਅੱਜ ਦਾ ਭਿਖਾਰੀ ਕੱਲ ਨੂੰ ਰਾਜਾ ਬਣ ਸਕਦਾ ਹੈ, ਇਹ ਮਾਲਕ ਦੀ ਮੌਜ ਹੈ। ਖਿੰਨ ਮੈਂ ਰਾਉ ਰੰਗ ਤੋਂ ਕਰਈ, ਰਾਉ ਰੰਗ ਕਰ ਡਾਰੇ, ਪ੍ਰੀਤੇ ਭਰੇ ਭਰੇ ਸਖਨਾਵੇ, ਜੈ ਤਾ ਕੋ ਬਿਵਹਾਰੇ। ਇਹ ਮਾਲਕ ਦੀ ਮੌਜ ਹੈ, ਕਿਹਨੂੰ ਉੱਚਾ ਕਰਨਾ ਤੇ ਕਿਹਨੂੰ ਨੀਵਾ ਕਰਨਾ। ਦੁਨੀਆ ਦੇ ਵਿੱਚ ਅਸੀਂ ਵੇਖਦੇ ਹਾਂ ਕਿਸੇ ਮਨੁੱਖ ਦੀ ਬਹੁਤ ਵੱਡੀ ਵਡਿਆਈ ਹੈ, ਦੁਨੀਆ ਦੇ ਲੋਕ ਵਾਹ ਵਾਹ ਮਗਰ ਮਗਰ ਕਰਦੇ ਫਿਰਦੇ ਨੇ, ਉਸੇ ਮਨੁੱਖ ਨੂੰ ਦੂਜੇ ਦਿਨ ਵੇਖੀਦਾ ਤੇ ਲਾਹਣਤਾਂ ਪੈਂਦੀਆਂ। ਪਰਮਾਤਮਾ ਕੋਈ ਉੱਤਮ ਕਰਮ ਇਹੋ ਜਿਹਾ ਕਰਵਾ ਕੇ ਤੇ ਆਪ ਹੀ ਵਡਿਆਈ ਕਰਵਾ ਦਿੰਦਾ ਹੈ
ਤੇ ਆਪ ਵੀ ਨੀਵਾ ਕਰਮ ਕਰਵਾ ਕੇ ਤੇ ਨਿੰਦਿਆ ਕਰਵਾ ਦਿੰਦਾ ਹੈ। ਮਾਲਕ ਦੀ ਮੌਜ ਹੈ। ਜਿਹੜਾ ਕੋਈ ਮਾਲਕ ਪ੍ਰਮਾਤਮਾ ਤੋਂ ਡਰਦਾ, ਮਾਲਕ ਦੇ ਅੱਗੇ ਅਰਦਾਸਾਂ ਕਰਦਾ ਰਹਿੰਦਾ, ਤਰਲੇ ਲੈਂਦਾ ਰਹਿੰਦਾ, ਉਹਦੀ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਰੱਖਿਆ ਕਰਕੇ ਤੇ ਨੀਵੇਂ ਕਰਮਾਂ ਤੋਂ ਬਚਾ ਲੈਂਦੇ ਨੇ। ਤੇ ਜਿਹੜਾ ਕੋਈ ਆਪਣੇ ਹੰਕਾਰ ਦੇ ਵਿੱਚ ਆਕੜ ਜਾਏ, ਵੱਡੇ ਪੁਣੇ ਵਿੱਚ ਆਕੜ ਜਾਏ, ਉੱਚਾ ਚੜੇ ਸੋ ਪਵੇ ਪਿਆਲਾ। ਜਿਹੜਾ ਉੱਚਾ ਚੜੇ ਆਪਣੇ ਆਪ ਚ ਉੱਚਾ ਬਣਦਾ ਯਤਨ ਕਰੇ, ਮਾਲਕ ਉਹਨੂੰ ਥੱਲੇ ਪਤਾਲ ਵਿੱਚ ਸੁੱਟ ਦਿੰਦਾ, ਕੋਈ ਨੀਚ ਕਰਮ ਇਹੋ ਜਿਹਾ ਕਰਵਾ ਦਿੰਦਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਪਿਆਰਿਓ, ਉਸ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਪ੍ਰਮਾਤਮਾ ਨੇ ਉੱਚੇ ਤੇ ਨੀਵੇਂ ਮਨੁੱਖ ਪੈਦਾ ਕੀਤੇ ਨੇ। ਆਪ ਹੀ ਉਹਨਾਂ ਕੋਲੋਂ ਉੱਚੇ ਤੇ ਨੀਵੇਂ ਕਰਮ ਕਰਵਾ ਰਿਹਾ ਹੈ, ਆਪ ਹੀ ਉੱਚਿਆਂ ਨੂੰ ਨੀਵੇਂ ਤੇ ਨੀਵਿਆਂ ਨੂੰ ਉੱਚੇ ਕਰ ਰਿਹਾ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਪੁਆਈਆ ਹੈ। ਸੋ ਗੁਰੂ ਪਾਤਸ਼ਾਹ ਦੀ ਅੱਧੀ ਭਗਤੀ ਦਾ ਅਰਥ ਰਹਿੰਦਾ ਹੈ ਹੁਕਮ ਲਿਖ ਦੁੱਖ ਸੁੱਖ ਪਾਈਏ। ਮਹਾਂਪੁਰਸ਼ਾਂ ਦੇ ਨਾਲ ਜਦੋਂ ਕਥਾ ਦਾ ਪਾਠੀ ਪਾਠ ਕਰਦਾ ਤੇ ਮਹਾਂਪੁਰਸ਼ਾਂ ਨੇ ਬਚਨ ਕਿਹਾ ਕਰਨਾ ਵੀ ਕਥਾ ਦਾ ਪਾਠੀ ਵੀ ਉਹੋ ਹੀ ਹੋ ਸਕਦਾ ਜਿਹੜਾ ਕਥਾਵਾਚਕ ਹੋਏਗਾ। ਕਥਾ ਦਾ ਪਾਠ ਕਰਨ ਵਾਲੇ ਗੁਰਮੁਖ ਨੇ ਇਹ ਖਿਆਲ ਰੱਖਣਾ ਹੁੰਦਾ ਹੈ ਵੀ ਕਥਾ ਦੀ ਕਿੰਨੀ ਪੰਕਤੀ ਦਾ ਕਿੰਨਾ ਅਰਥ ਹੋ ਗਿਆ ਔਰ ਕਿੰਨਾ ਰਹਿੰਦਾ ਹੈ, ਔਰ ਜਿੰਨਾ ਅਰਥ ਰਹਿੰਦਾ ਉਹ ਪੰਕਤੀ ਫੇਰ ਦੁਬਾਰਾ ਪੜ੍ਹਨੀ ਹੁੰਦੀ ਹੈ। ਸੋ ਭਾਈ ਜਸਵਿੰਦਰ ਸਿੰਘ ਜੀ ਬਹੁਤ ਸੋਹਣਾ ਪੜ੍ਹ ਰਹੇ ਨੇ। ਪਾਤਸ਼ਾਹ ਜੀ ਦਾ ਅੱਧੀ ਪੰਕਤੀ ਦਾ ਹੁਕਮ ਆਪਾਂ ਰਹਿੰਦਾ ਹੁਕਮ ਲਿਖ ਦੁੱਖ ਸੁੱਖ ਪਾਈਏ। ਪਿਆਰਿਓ, ਮਾਲਕ ਨੇ ਆਪਣੇ ਹੁਕਮ ਅਨੁਸਾਰ ਉੱਚੇ ਤੇ ਨੀਵੇਂ ਮਨੁੱਖ ਪੈਦਾ ਕੀਤੇ ਤੇ ਉੱਚੇ ਨੀਵੇਂ ਕਰਮ ਆਪ ਹੀ ਕਰਵਾ ਰਿਹਾ। ਹੁਕਮ ਲਿਖ ਦੁੱਖ ਸੁੱਖ ਪਾਈਏ, ਮਾਲਕ ਦੇ ਹੁਕਮ ਦੇ ਵਿੱਚ ਹੀ ਉਹ ਪ੍ਰਮਾਤਮਾ ਨੇ ਕਿਸੇ ਨੂੰ ਦੁੱਖ ਦਿੱਤਾ ਤੇ ਕਿਸੇ ਨੂੰ ਸੁੱਖ ਹੈ। ਮਾਲਕ ਦੇ ਹੁਕਮ ਦੇ ਵਿੱਚ ਹੀ ਜੀਵ ਦੁੱਖ ਤੇ ਸੁੱਖ ਨੂੰ ਪ੍ਰਾਪਤ ਕਰ ਰਹੇ ਨੇ। ਪਰ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਨੇ ਉਹ ਦੁੱਖ ਨੂੰ ਮਹਿਸੂਸ ਨਹੀਂ ਕਰਦੇ। ਉਹਨਾਂ ਦੀ ਅਵਸਥਾ ਬਹੁਤ ਵੱਡੀ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ। ਉਹਨਾਂ ਦੇ ਵਾਸਤੇ ਦੁਨਿਆਵੀ ਦੁੱਖ ਕੋਈ ਅਹਿਮੀਅਤ ਨਹੀਂ ਰੱਖਦਾ। ਜਰਵਾਣਿਆਂ ਨੇ ਜਿੰਨੇ ਮਰਜ਼ੀ ਕਸ਼ਟ ਦੇ ਕੇ ਵੇਖ ਲਏ। ਜੇ ਪ੍ਰਾਤਨ ਸਮਿਆਂ ਦੇ ਆਪਾਂ ਸਿੰਘਾਂ ਦੀ ਗੱਲ ਕਰਦੇ ਹਾਂ, ਭਾਈ ਮਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਹੋਰ ਗੁਰੂ ਕੇ ਪਿਆਰੇ ਭਾਈ ਸ਼ਿਵਾਜ ਸਿੰਘ ਜੀ, ਭਾਈ ਸ਼ਬੇਗ ਸਿੰਘ ਜੀ, ਜੇ ਅਜੋਕੇ ਸਮੇਂ ਦੇ ਗੁਰੂ ਕੇ ਪਿਆਰੇ ਸ਼ਹੀਦਾਂ ਦੀ ਗੱਲ ਕਰੀਏ ਤੇ ਅਜੋਕੇ ਸਮੇਂ ਦੇ ਵਿੱਚ ਵੀ ਦੁਸ਼ਟਾਂ ਨੇ ਕੋਈ ਆਪਣਾ ਯਤਨ ਨਹੀਂ ਜਾਣ ਦਿੱਤਾ, ਜਿਹੜੇ ਯਤਨ ਕਰਕੇ ਉਹਨਾਂ ਨੇ ਸਿੰਘਾਂ ਨੂੰ ਦੁੱਖ ਨਹੀਂ ਦਿੱਤਾ। ਉਬਲਦੇ ਪਾਣੀ ਵਿੱਚ ਇਸ ਵੇਲੇ ਵੀ ਬਿਠਾਇਆ ਗਿਆ, ਤਤੀਆਂ ਸੀਖਾਂ ਕਰਕੇ ਇਸ ਵੇਲੇ ਵੀ ਇਸ ਸਮੇਂ ਦੇ ਵਿੱਚ ਵੀ ਸਿੰਘਾਂ ਦੇ ਸਰੀਰਾਂ ਵਿੱਚ ਲੰਘਾਈਆਂ ਗਈਆਂ, ਬਲੇਡਾਂ ਦੇ ਨਾਲ ਸਰੀਰ ਚੀਰ ਕੇ ਵਿੱਚ ਲੂਣ ਮਿਰਚਾਂ ਭਰੀਆਂ ਗਈਆਂ। ਕਿਹੜਾ ਉਹ ਦੁੱਖ ਹੈ ਜਿਹੜਾ ਇਸ ਸਮੇਂ ਦੇ ਵਿੱਚ ਵੀ ਦੁਸ਼ਟਾਂ ਨੇ ਸਿੰਘਾਂ ਨੂੰ ਨਹੀਂ ਦੇਣ ਦਾ ਯਤਨ ਕੀਤਾ? ਸਾਰੇ ਹਿੱਲੇ ਵਰਤ ਕੇ ਵੇਖ ਲੈ, ਪਰ ਜਿਹੜੇ ਗੁਰੂ ਦੇ ਪਿਆਰੇ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਸੀ, ਰਹਿਮਤ ਹੁੰਦੀ ਸੀ, ਉਹ ਸਤਿਨਾਮ ਵਾਹਿਗੁਰੂ ਤੋਂ ਬਿਨਾਂ ਦੂਜੀ ਗੱਲ ਮੁੱਖੋਂ ਬੋਲਦਾ ਹੀ ਨਹੀਂ ਸੀ। ਸਿਰਫ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਨਿਕਲਦਾ ਸੀ ਮੁਖ ਦੇ ਵਿੱਚੋਂ। ਤੇ ਜਿਹੜਾ ਕੋਈ ਨਿਤਨੇਮੀ ਜਾਂ ਰਹਿਤ ਮਰਿਆਦਾ ਵਿੱਚ ਢਿੱਲਾ ਤੇ ਉਹ ਤਾਂ ਭਾਵੇਂ ਜੋ ਮਰਜ਼ੀ ਕਹਿ ਦੇ, ਭਾਵੇਂ ਉਹਨਾਂ ਦੀ ਗੱਲ ਮੰਨ ਲੈ, ਪਰ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਗਿਆ, ਉਹ ਦੁਨਿਆਵੀ ਦੁੱਖ ਨੂੰ ਫਿਰ ਦੁੱਖ ਨਹੀਂ ਬਣਦਾ। ਪਾਤਸ਼ਾਹ ਮਹਾਰਾਜ ਜੀ ਪ੍ਰਮਾਣ ਕਰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ। ਉਹ ਪ੍ਰਮਾਤਮਾ ਦੇ ਪਿਆਰੇ ਮਾਲਕ ਦੇ ਹੁਕਮ ਨੂੰ ਅਟੱਲ ਕਰਕੇ ਮੰਨਦੇ ਨੇ। ਹੁਕਮ ਦਾ ਅਰਥ ਆਪਾਂ ਕੱਲ ਸੁਣਿਆ ਸੀ ਵੀ ਅਸੀਂ ਹੁਕਮ ਨਹੀਂ ਮਜਬੂਰੀ ਮੰਨਦੇ ਐ, ਤੇ ਪ੍ਰਮਾਤਮਾ ਦੇ ਪਿਆਰੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ। ਤੇ ਪ੍ਰਮਾਤਮਾ ਦੇ ਹੁਕਮ ਵਿੱਚ ਸੁੱਖ ਆ ਜਾਵੇ ਤਾਂ ਵੀ ਹੁਕਮ ਨੂੰ ਅਟੱਲ ਮੰਨਦੇ ਨੇ। ਜੇ ਸਰੀਰਕ ਦੁੱਖ ਆ ਜਾਵੇ ਤਾਂ ਵੀ ਪ੍ਰਮਾਤਮਾ ਦੇ ਹੁਕਮ ਰਜਾ ਵਿੱਚ ਰਾਜੀ ਰਹਿੰਦੇ ਨੇ। ਪਾਤਸ਼ਾਹ ਪ੍ਰਮਾਣ ਕਰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ। ਪਿਆਰਿਓ, ਇਹ ਮਾਲਕ ਦੇ ਹੁਕਮ ਦੀ ਖੇਡ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਪੁਆਈਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਮਿਹਰ ਕੀਤੀ। ਪਿਆਰਿਓ, ਇਕ ਨਾ ਹੁਕਮੀ ਬਖਸ਼ੀਸ, ਇਕਨਾ ਜੀਵਾਂ ਨੂੰ ਤਾਂ ਉਸ ਮਾਲਕ ਦੇ ਹੁਕਮ ਦੇ ਅਨੁਸਾਰ ਬਖਸ਼ਾਂ ਮਿਲਦੀਆਂ ਨੇ, ਰਹਿਮਤਾਂ ਦੇ ਨਾਲ ਝੋਲੀਆਂ ਭਰਦੀਆਂ ਨੇ, ਬਾਹਲੀਆਂ ਬਖਸ਼ਾਂ ਨੂੰ ਪ੍ਰਾਪਤ ਕਰਦੇ ਨੇ। ਇੱਕ ਹੁਕਮੀ ਸਦਾ ਭਵਾਈਏ, ਇੱਕ ਮਾਲਕ ਦੇ ਹੁਕਮ ਦੇ ਵਿੱਚ ਹੀ ਸਦਾ ਭਵਾਈਆ ਹੈ। ਮਾਲਕ ਦੇ ਹੁਕਮ ਦੇ ਵਿੱਚ ਹੀ ਭੌਂਦੇ ਫਿਰ ਰਹੇ ਨੇ। ਇਕਨਾ ਨੂੰ ਤਾਂ ਪਰਮਾਤਮਾ ਨੇ ਬਖਸ਼ਾਂ ਕੀਤੀਆਂ। ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਇੱਕ ਤਾਂ ਸੋਹਣੀਆਂ ਸਿੰਜਾਂ ਤੇ ਸੁੱਤੇ ਹੋਏ ਨੇ,
ਬਖਸ਼ਾਂ ਮਿਲੀਆਂ ਹੋਈਆਂ ਨੇ। ਇੱਕ ਉਹਨਾਂ ਦੀ ਪਹਿਰੇਦਾਰੀ ਕਰਨ ਵਾਸਤੇ ਲੋਕ ਉੱਤੇ ਖੜੇ ਹੋਏ ਨੇ, ਜਾਗ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਪਿਆਰੇ, ਇੱਕ ਤਾਂ ਪਰਮਾਤਮਾ ਦੇ ਪਿਆਰੇ ਮਹਾਂਪੁਰਸ਼ ਪਰਮਾਤਮਾ ਦੀ ਬਖਸ਼ਿਸ਼ ਨਾਲ ਭਰੇ ਹੋਏ ਨੇ ਤੇ ਉਸ ਮਾਲਕ ਦੀ ਬਖਸ਼ੀਸ਼ ਨੂੰ, ਮਾਲਕ ਦੇ ਹੁਕਮ ਨੂੰ ਸਦਾ ਵਾਸਤੇ ਅਟਲ ਕਰਕੇ ਮੰਨਦੇ ਨੇ ਤੇ ਖੁਸ਼ ਨੇ। ਇੱਕ ਮਾਲਕ ਦੇ ਹੁਕਮ ਦੇ ਵਿੱਚ ਭੌਂਦੇ ਫਿਰ ਰਹੇ ਹਨ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗਰੀਬ ਨਵਾਜ ਪਾਤਸ਼ਾਹ ਮਿਹਰ ਕਰਦੇ ਪਿਆਰਿਓ, ਮਾਲਕ ਦਾ ਹੁਕਮ ਕਿਹਾ ਤਾਂ ਜਾਂਦਾ ਨਹੀਂ, ਪਰ ਮੋਟਾ ਜਿਹਾ ਤੁਹਾਨੂੰ ਇਹ ਵਜਣ ਦੱਸਦੇ ਨੇ ਵੀ ਹੁਕਮ ਹੈ ਅੰਦਰ ਸਭ ਕੋ। ਜਿੰਨੀ ਸ੍ਰਿਸ਼ਟੀ ਹੈ ਗੁਪਤ ਤੇ ਪ੍ਰਗਟ, ਉਹ ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਬਾਹਰ ਹੁਕਮ ਨਾ ਕੋਏ। ਮਾਲਕ ਪਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਜੀਵ ਨਹੀਂ। ਸਾਰੇ ਜੀਵ ਜੰਤੂ, ਸਾਰੇ ਮਨੁੱਖ, ਪਸ਼ੂ ਪੰਛੀ, ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਉਸ ਮਾਲਕ ਤੋਂ ਹੁਕਮ ਦੇ ਬਾਹਰ ਵਿੱਚ ਕੁਝ ਵੀ ਨਹੀਂ। ਪਾਤਸ਼ਾਹ ਪ੍ਰਮਾਣ ਕਰਦੇ ਨੇ, ਹੁਕਮ ਉਛਲੇ ਹੁਕਮੇ ਰਹੇ, ਹੁਕਮੇ ਦੁੱਖ ਸੁੱਖ ਸਮ ਕਰ ਸਹਿ, ਹੁਕਮੇ ਨਾਮ ਜਪੇ ਦਿਨ ਰਾਤ, ਨਾਨਕ ਜਿਸ ਨੂੰ ਹੋਵੇ ਦਾਤ। ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਵੇ, ਹੁਕਮੇ ਕਾਲੇ ਵਾਸੈ ਹੁਕਮੀ ਸਾਚ ਸਮਾਵੇ, ਨਾਨਕ ਜੋ ਤਿਸ ਭਾਵੇ ਸੋ ਥੀਏ, ਇਹਨਾਂ ਜਨਤਾ ਵਸ ਕਿਛ ਨਾਗੇ। ਸਾਰਾ ਕੁਝ ਮਾਲਕ ਦੇ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਨਾਨਕ ਹੁਕਮੈ ਜੇ ਬੁਝੈ, ਤਾਂ ਹੋ ਮੈਂ ਕਹੈ ਨਾ ਕੋਏ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੂਜੀ ਪੌੜੀ ਦੀ ਸਮਾਪਤੀ ਕਰ ਰਹੇ ਨੇ। ਨਾਨਕ ਹੁਕਮੈ ਜੇ ਬੁਝੈ, ਤਾਂ ਹੋ ਮੈਂ ਕਹੈ ਨਾ ਕੋਏ। ਇਸ ਪਾਠ ਨੂੰ ਬੋਲਣਾ ਬੁਝੈ, ਜੇ ਪੋਲਾ ਬੁਝੇ ਪੜ ਦਵਾਂਗੇ ਤੇ ਉਹਦਾ ਅਰਥ ਹੋ ਜਾਏਗਾ ਬੁਝ ਜਾਂਦੀ ਹੈ। ਜਿਵੇਂ ਦੀਵੇ ਦੀ ਲਾਟ, ਮੋਮਬੱਤੀ ਦੀ ਲਾਟ, ਜਿਵੇਂ ਅੱਗ ਬਲਦੀ ਹੋਈ ਬੁਝ ਜਾਂਦੀ ਹੈ, ਉਹਦਾ ਬੁਝਣ ਦਾ ਅਰਥ ਹੋ ਜਾਂਦਾ ਹੈ। ਪਰ ਜੇ ਇਹਨੂੰ ਕੱਸ ਕੇ ਬੋਲਾਂਗੇ, ਝੱਜੇ ਅੱਖਰ ਦਾ ਆਵਾਜ਼ ਵੀ ਕੱਸ ਕੇ ਬੁਝੇ, ਬੁਝਣ ਦਾ ਅਰਥ ਹੈ ਸਮਝਣਾ, ਬੁਝਣਾ। ਤੇ ਪਾਤਸ਼ਾਹ ਕਹਿੰਦੇ ਪਿਆਰਿਓ, ਜੇ ਕੋਈ ਮਾਲਕ ਦੇ ਹੁਕਮ ਨੂੰ ਬੁਝ ਲਵੇ, ਸਮਝ ਲਵੇ, ਹਉਮੈ ਕਹੇ ਨਾ ਕੋਏ, ਫਿਰ ਹਉਮੈ ਦੇ ਵਿੱਚ ਆ ਕਰਕੇ ਉਹ ਕੋਈ ਗੱਲ ਨਹੀਂ ਕਰੇਗਾ। ਹਉਮੈ ਦੇ ਵਿੱਚ ਆ ਕਰਕੇ ਦੂਜਿਆਂ ਨੂੰ ਦੁੱਖ ਨਹੀਂ ਦੇਗਾ। ਇਸ ਪੰਕਤੀ ਦੀ ਵਿਆਖਿਆ ਅਜੇ ਬਾਕੀ ਹੈ। ਆਪਾਂ ਕੱਲ ਦੇ ਦੀਵਾਨਾਂ ਵਿੱਚ ਅੰਤਰੀਵ ਭਾਵੇਂ ਦਾ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਮੇਨ ਅਰਥ ਹੈ ਨਾਨਕ ਹੁਕਮੈ ਜੇ ਬੁਝੇ। ਪਿਆਰਿਓ, ਜੇ ਕੋਈ ਮਾਲਕ ਦਾ ਹੁਕਮ ਬੁਝ ਲਵੇ, ਸਮਝ ਲਵੇ, ਉਹ ਫਿਰ ਹਉਮੈ ਦੇ ਵਿੱਚ ਨਹੀਂ ਆਏਗਾ। ਹਉਮੈ ਵਿੱਚ ਆ ਕਰਕੇ ਕੋਈ ਕਰਮ ਨਹੀਂ ਕਮਾਏਗਾ, ਹਉਮੈ ਦੀਆਂ ਗੱਲਾਂ ਨਹੀਂ ਕਰੇਗਾ। ਇਹ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਵਿੱਚ ਸਾਨੂੰ ਪਾਵਨ ਪਵਿੱਤਰ ਵਿਆਖਿਆ ਦਿੱਤੀ ਹੈ, ਉਪਦੇਸ਼ ਬਖਸ਼ਿਆ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਦੇਹ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਰ। ਵਾਹਿਗੁਰੂ ਜੀ ਕਾ ਖਾਲਸਾ।